ਚਾਰ ਮੁੱਖ ਗੱਲਾਂ ਰੱਖੀਆਂ ਗਈਆਂ ਜਿਹਦੇ ਉੱਤੇ ਗੋਸ਼ਟੀ ਦਾ ਅੱਜ ਨੌਜਵਾਨ ਗੋਸ਼ਟੀ ਦਾ ਅੱਜ ਆਗਾਜ਼ ਹੋਇਆ ਹੈ। ਉਹਨਾਂ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਥੋੜ੍ਹੀ ਜਿਹੀ ਪਿਛੋਕੜ 'ਚ ਜਾਣਾ ਚਾਹਾਂਗਾ। ਭਾਈ ਮਨਦੀਪ ਸਿੰਘ ਜੀ ਦੀ ਕਈ ਵਾਰੀ ਵਿਚਾਰ ਸੁਣੀ। ਵਿਚਾਰ ਇੱਕ ਗੱਲ ਤੋਂ ਉੱਥੋਂ ਸ਼ੁਰੂ ਕਰਾਂਗਾ। ਉਹਨਾਂ ਦੀ ਗੱਲ ਜਿਹੜੀ ਸਮਝੀ ਮੈਂ, ਉਹਦੇ 'ਚ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਸਿੱਖ ਦੀ ਜਿੱਤ ਦੇ ਕਾਰਨ ਜਿਹੜੇ ਹਨ, ਉਹ ਸਭ ਤੋਂ ਪਹਿਲਾਂ ਹੈ ਸਿੱਖ ਦੀ ਦ੍ਰਿਸ਼ਟੀ, ਦੂਜੀ ਆਉਂਦੀ ਹੈ ਸਿੱਖ ਦੀ ਅਗਵਾਈ, ਔਰ ਤੀਜਾ ਸਾਡਾ ਪੈਂਤੜਾ। ਤਿੰਨ ਗੱਲਾਂ ਉਹਨਾਂ ਨੇ ਦੱਸੀਆਂ, ਬੜੇ ਵਿਸਤਾਰ ਵਿੱਚ ਅਸੀਂ ਸੁਣੀਆਂ। ਅਤੇ ਅੱਜ ਜਿਹੜੀ ਗੱਲ ਹੋਣ ਜਾ ਰਹੀ ਹੈ ਉਹਦੇ ਵਿੱਚ ਮੈਂ ਸਿਰਫ ਦ੍ਰਿਸ਼ਟੀ ਦੀ ਗੱਲ ਦੇ ਉੱਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ, ਆਪਣੇ ਵਿਚਾਰ ਰੱਖਣ ਦੀ। ਜਿਹੜੀ ਗੱਲ ਮੈਨੂੰ ਸਮਝ ਲੱਗੀ ਔਰ ਮੈਂ ਆਪਣੇ ਵਿਚਾਰ ਰੱਖਣਾ ਕੋਸ਼ਿਸ਼ ਕਰਾਂਗਾ। ਜਿਹੜੀ ਦ੍ਰਿਸ਼ਟੀ ਹੈ, ਉਹ ਦ੍ਰਿਸ਼ਟੀ ਦਾ ਮਤਲਬ ਹੁੰਦਾ ਹੈ ਕਿ ਸਾਡੀ ਸੋਚ, ਅਸੀਂ ਕੁਝ ਵੀ ਕੰਮ ਕਰਨ ਜਾ ਰਹੇ ਹਾਂ, ਕੁਝ ਵੀ ਵਿਚਾਰ ਕਰਨ ਜਾ ਰਹੇ ਹਾਂ, ਸਾਡੀ ਸੋਚ ਕਿਸ ਤਰ੍ਹਾਂ ਦੀ ਹੈ। ਕਿਉਂਕਿ ਹਰ ਮਨੁੱਖ ਵੱਖ-ਵੱਖ ਖੇਤਰ ਤੋਂ ਆਉਂਦਾ ਹੈ, ਵੱਖ-ਵੱਖ ਪੜਾਵ 'ਚੋਂ ਨਿਕਲਦਾ ਹੈ। ਉਹਦਾ ਪਰਵਰਿਸ਼, ਉਹਦਾ ਪਰਿਵਾਰ, ਉਹਦੀ ਗੋਤਰ, ਉਹਦਾ ਏਰੀਆ ਅਲੱਗ-ਅਲੱਗ ਹੁੰਦਾ ਹੈ। ਉਹਦੀ ਪਰਵਰਿਸ਼, ਉਹਦੀ ਐਜੂਕੇਸ਼ਨ ਵੱਖਰੀ ਹੁੰਦੀ ਹੈ। ਅਤੇ ਜਦ ਅੱਜ ਅਸੀਂ ਬੈਠੇ ਹਾਂ ਸਾਰੇ, ਅਤੇ ਸਭ ਤੋਂ ਪਹਿਲਾਂ ਦ੍ਰਿਸ਼ਟੀ ਸਭ ਦੀ ਇੱਕ ਪਾਸੇ ਹੋਏਗੀ, ਤਾਂ ਅਸੀਂ ਗੱਲ ਇੱਕ ਪਾਸੇ ਦੀ ਕਰ ਸਕਾਂਗੇ ਅਤੇ ਕੁਝ ਹੱਲ ਵੀ ਕੱਢ ਸਕਾਂਗੇ। ਦ੍ਰਿਸ਼ਟੀ ਕਰਨ ਤੋਂ ਪਹਿਲਾਂ ਸਿੱਖ ਪੰਥ ਵਿੱਚ ਹੀ ਤਿੰਨ ਸ਼ਬਦ ਬੜੇ ਅਸੀਂ ਕਾਮਨ ਯੂਜ਼ ਹੁੰਦੇ ਆ, ਉਹਨਾਂ ਨੂੰ ਸਮਝਣ ਦੀ ਲੋੜ ਪਏਗੀ ਸਾਨੂੰ। ਤਿੰਨ ਸ਼ਬਦ ਅਸੀਂ ਯੂਜ਼ ਕਰਦੇ ਹਾਂ, ਇੱਕ ਸੰਵਾਦ, ਇੱਕ ਸੰਗਤ ਅਤੇ ਇੱਕ ਕਈ ਵਾਰੀ ਸੰਗੀਤ ਸ਼ਬਦ ਵੀ ਆਉਂਦਾ। ਇਹਨਾਂ ਤਿੰਨਾਂ ਸ਼ਬਦਾਂ ਦੇ ਅੰਦਰ ਇੱਕ ਬੜੀ ਕਾਮਨ ਚੀਜ਼ ਹੈ, ਉਹ ਚੀਜ਼ ਹੈ ਸੰਗ। ਸੰਗ ਮਾਨੇ ਬਰਾਬਰੀ, ਸੰਗ ਮਾਨੇ ਤਾਲਮੇਲ। ਸੰਗਤ ਉੱਥੇ ਬਣਦੀ ਹੈ ਜਿੱਥੇ ਗਤ ਕਹਿੰਦੇ ਸਟੇਟ ਨੂੰ, ਹਾਲ ਨੂੰ, ਸਥਿਤੀ ਨੂੰ, ਜਿੱਥੇ ਸਭ ਦੀ ਸਥਿਤੀ ਇੱਕ ਹੋ ਜਾਏਗੀ ਔਰ ਉੱਥੇ ਬੈਠ ਜਾਵਾਂਗੇ, ਉਹ ਸੰਗਤ ਬਣ ਜਾਂਦੀ ਹੈ। ਜਦ ਸਾਡੇ ਸਭ ਦੇ ਮਨੋਰਥ ਇੱਕ ਹੋ ਜਾਣਗੇ, ਅਸੀਂ ਇੱਕ ਗਤੀ ਵੱਲ, ਇੱਕ ਸਪੀਡ ਵੱਲ, ਇੱਕ ਦਿਸ਼ਾ ਵੱਲ, ਇੱਕ ਕੰਡੀਸ਼ਨ ਵੱਲ ਤੁਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਸੰਗਤ ਬਣਦੇ ਹਾਂ। ਉਹਦੇ ਛੋਟੇ ਵੀ ਹੁੰਦੇ, ਵੱਡੇ ਵੀ ਹੁੰਦੇ, ਪੜ੍ਹੇ ਲਿਖੇ ਵੀ ਹੁੰਦੇ, ਕੁਝ ਘੱਟ ਪੜ੍ਹੇ ਵੀ ਹੁੰਦੇ। ਤੀਜਾ ਸ਼ਬਦ ਸੰਵਾਦ। ਸੰਵਾਦ ਵਿੱਚ ਸ਼ਬਦ ਆਉਂਦਾ ਹੈ ਸਮ ਔਰ ਵਾਦ। ਵਾਦ ਹੁੰਦੇ ਬੋਲ, ਸਾਡੀ ਬੋਲੀ, ਸਾਡੀ ਵਿਚਾਰਧਾਰਾ। ਜਦ ਸਾਡੇ ਵਿਚਾਰ ਸਾਰੇ ਇਕੱਠੇ ਹੁੰਦੇ ਹੈ ਜਾਂ ਅਸੀਂ ਇਕੱਠੇ ਬੈਠ ਕੇ ਵਿਚਾਰ ਵਟਾਂਦਰਾ ਕਰਦੇ ਹਾਂ, ਤਾਂ ਉਹ ਸੰਵਾਦ ਦਾ ਰੂਪ ਲੈਂਦਾ। ਜੇ ਕਿਸੇ ਸਬਜੈਕਟ ਦੇ ਉੱਤੇ ਗੱਲ ਦਿੱਤੀ ਗਈ, 4 ਸਬਜੈਕਟ, ਅਸੀਂ ਕੋਈ ਤੀਜੇ ਪਾਸੇ 6ਵੀਂ ਗੱਲ ਸ਼ੁਰੂ ਕਰ ਦਈਏ, 7ਵੀਂ ਗੱਲ ਸ਼ੁਰੂ ਕਰ ਦਈਏ, ਉਹ ਸੰਵਾਦ ਨਹੀਂ ਬਣੇਗਾ। ਸੰਵਾਦ ਤਾਂ ਬਣੇਗਾ ਜਦ ਅਸੀਂ ਉਸ ਟੌਪਿਕ ਤੋਂ ਰਿਲੇਟਿਡ, ਉਸ ਫੋਕਸ ਤੋਂ ਰਿਲੇਟਿਡ ਗੱਲ ਕਰਾਂਗੇ। ਤੀਜਾ ਗੱਲ ਸੰਗੀਤ। ਸੰਗੀਤ ਕਿੱਥੋਂ ਬਣਦਾ? ਸੰਗੀਤ ਇੱਕ ਸੜਕ 'ਤੇ ਜਾਂਦੇ ਹਾਂ, ਹੌਰਨ ਵੱਜ ਰਿਹਾ, ਸ਼ੋਰ ਹੋ ਰਿਹਾ, ਉਹਦੇ ਵਿੱਚ ਵੀ ਸਵਰ ਹੈ। ਇੱਕ ਬੱਚਾ ਤਾਲੀਆਂ ਮਾਰ ਰਿਹਾ, ਇੱਕ ਬੱਚਾ ਬਰਤਨ ਖੜਕਾ ਰਿਹਾ, ਉਹਦੇ 'ਚ ਅਸੀਂ ਪ੍ਰਭਾਵਿਤ ਨਹੀਂ ਹੁੰਦੇ। ਅਸੀਂ ਕਹਿੰਦੇ ਕੀ ਰੌਲਾ, ਖੱਪ ਪਾਈਏ, ਬੰਦ ਕਰਨ ਨੂੰ। ਲੇਕਿਨ ਅਗਰ ਅਸੀਂ ਉਹਨੂੰ ਸਾਥ ਦੇਈਏ, ਉਹਦੇ ਵਿੱਚੋਂ ਜਿਹੜੀ ਕਲਹ ਉਹ ਖਤਮ ਕਰ ਦਈਏ, ਅਤੇ ਅਗਰ ਟਿਊਨ ਵਿੱਚ 3 ਬੰਦੇ ਅਗਰ ਹੌਰਨ ਵੀ ਵਜਾ ਰਹੇ ਨਾ ਗੱਡੀ ਦੇ ਟ੍ਰੈਫਿਕ 'ਤੇ ਖੜ੍ਹੇ, ਤਾਂ ਕਹਿੰਦੇ ਯਾਰ ਕੀ ਸੰਗੀਤ ਬਣ ਗਿਆ। ਸੰਗੀਤ ਤਾਂ ਬਣਦਾ ਹੈ, ਉਹ ਗੀਤ ਦਾ ਰੂਪ ਲੈਂਦਾ ਜਦ ਸਾਡੀ ਸਭ ਦੀ ਬੋਲੀਆਂ ਇੱਕੋ ਟਿਊਨ ਹੋ ਜਾਣ, ਹਾਰਮੋਨੀ 'ਚ ਹੋ ਜਾਣ। ਮੈਂ ਕੋਈ ਗੱਲ ਕੀਤੀ, ਤੁਸੀਂ ਕੋਈ ਕੀਤੀ, ਭਰਾ ਨੇ ਕੋਈ ਹੋਰ ਕੀਤੀ, ਅਗਰ ਸਾਡੀ ਬੋਲੀ, ਸਾਡਾ ਸਵਰ ਇੱਕ ਨਹੀਂ ਹੋਏਗਾ। ਦੇਖਿਆ ਜਾਏ ਤਾਂ ਜਿਹੜੀ ਤਾਲੀ ਖੜਕਾ ਰਿਹਾ ਹੈ, ਜਿਹੜੇ ਬਰਤਨ ਖੜਕਾ ਰਿਹਾ ਹੈ, ਜਾਂ ਕੋਈ ਹੌਰਨ ਵਜਾਈ ਜਾ ਰਿਹਾ ਟ੍ਰੈਫਿਕ ਦੇ ਅੰਦਰ, ਹੈ ਉਹ ਵੀ ਸਵਰ। ਲੇਕਿਨ ਉਹ ਸਵਰ ਦਾ ਜਿਸ ਵੇਲੇ ਤਾਲਮੇਲ ਬੈਠ ਜਾਂਦਾ, ਹਾਰਮੋਨੀ ਬੈਠ ਜਾਣੀ ਹੈ, ਤਾਂ ਉਹਨੂੰ ਸੰਗੀਤ ਕਹਿੰਦੇ। ਔਰ ਉਹ ਸੰਗੀਤ ਦੇ ਅੰਦਰ ਜਦ ਅਸੀਂ ਰਾਗ ਔਰ ਗੁਰੂ ਦੇ ਸ਼ਬਦ ਜੋੜ ਦਿੰਦੇ ਹਾਂ, ਫਿਰ ਉਹ ਕੀਰਤੀ ਹੋ ਜਾਂਦੀ ਹੈ, ਉਹ ਕੀਰਤਨ ਰੂਪ ਬਣ ਜਾਂਦਾ। ਅਸੀਂ ਕੀਰਤਨ ਤੱਕ ਦਾ ਸਫ਼ਰ ਤੈਅ ਕਰਨਾ ਹੈ। ਜਿਹੜੇ ਸਾਡੇ ਸਵਰ ਵਿਖਰੇ ਪਏ ਹੈ, ਖਿੰਡੇ ਪਏ ਹੈ, ਉਹਨਾਂ ਨੂੰ ਇਕੱਠੇ ਕਰਨ ਦੀ ਅਸੀਂ ਇੱਕ ਉਪਰਾਲਾ ਇੱਥੇ ਕੀਤਾ ਹੈ ਕਿ ਅਸੀਂ ਇਸ ਪਹਿਲੇ ਸੰਗੀਤ ਬਣਨ ਦੀ ਕੋਸ਼ਿਸ਼ ਕਰੀਏ, ਉਸ ਤੋਂ ਬਾਅਦ ਅਸੀਂ ਉਸ ਸੰਗੀਤ ਨੂੰ ਕੀਰਤਨ ਤੱਕ ਲੈ ਕੇ ਜਾਣਾ ਹੈ, ਤਾਂ ਹੀ ਸਾਡੀ ਕੋਈ ਪ੍ਰਾਪਤੀ ਹੋਏਗੀ। ਤੀਜੀ ਗੱਲ ਇੱਕ ਰੱਖੀ ਗਈ, ਹੁਣ ਮੈਂ ਸਬਜੈਕਟ ਦੇ ਉੱਤੇ ਆਵਾਂ। ਸਬਜੈਕਟ ਰੱਖਿਆ ਗਿਆ ਸਾਡੇ ਕੋਲ ਮੈਨੇਜਮੈਂਟ। ਮੈਨੇਜਮੈਂਟ ਕੀ ਹੈ? ਮੈਨੇਜਮੈਂਟ ਸ਼ਬਦ ਹੈ ਅੰਗਰੇਜ਼ਾਂ ਦਾ ਦਿੱਤਾ ਹੋਇਆ, ਅਸੀਂ ਹਿੰਦੀ 'ਚ ਪ੍ਰਬੰਧ ਕਹਿ ਦਿੰਦੇ ਹਾਂ। ਮੈਨੇਜਮੈਂਟ ਕੀ ਹੈ? ਇਟ ਇਜ਼ ਬੇਸਿਕਲੀ ਦ ਇੰਪਲੀਮੈਂਟੇਸ਼ਨ ਆਫ ਅ ਫਿਲੋਸਫੀ। ਇੱਕ ਦਰਸ਼ਨ, ਇੱਕ ਦ੍ਰਿਸ਼ਟੀ ਦਾ ਇੰਪਲੀਮੈਂਟੇਸ਼ਨ ਨੂੰ ਹੀ ਮੈਨੇਜਮੈਂਟ ਕਹਿੰਦੇ ਆ। ਅਸੀਂ ਦ੍ਰਿਸ਼ਟੀ ਦੀ ਗੱਲ ਸ਼ੁਰੂ ਕੀਤੀ, ਦ੍ਰਿਸ਼ਟੀ ਤੋਂ ਰਿਲੇਟਿਡ ਮੈਨੇਜਮੈਂਟ ਤਾਂ ਹੀ ਬਣਦਾ ਹੈ ਜਦ ਕਿਸੇ ਉਸ ਮੈਨੇਜਮੈਂਟ ਦੇ ਪਿੱਛੇ ਕੋਈ ਦ੍ਰਿਸ਼ਟੀ ਹੋਏ ਸਾਡੀ, ਉਹਨੂੰ ਇੰਪਲੀਮੈਂਟ ਕੀਤਾ ਜਾਂਦਾ ਹੈ। ਅਤੇ ਇੰਪਲੀਮੈਂਟ ਕਿਸ ਤਰ੍ਹਾਂ ਕੀਤਾ ਜਾਂਦਾ ਹੈ? ਇੱਕ ਅਸੀਂ
ਬਾਇਲਾਜ਼ ਬਣਾ ਦਿੰਦੇ ਆ, ਇੱਕ ਆਚਾਰ ਬਣਾ ਦਿੰਦੇ ਆ, ਕਨਸਟੀਟਿਊਸ਼ਨ ਕਹਿ ਦਿੰਦੇ ਉਹਨੂੰ, ਸੈੱਟ ਆਫ ਇੰਸਟਰਕਸ਼ਨਸ ਬਣਾ ਦਿੰਦੇ ਆ ਉਹਦੇ ਵਿੱਚੋਂ। ਔਰ ਸੈੱਟ ਆਫ ਇੰਸਟਰਕਸ਼ਨਸ ਜਿਹੜੀਆਂ ਹੁੰਦੀਆਂ ਉਹ ਕਿੱਥੋਂ ਆਉਂਦੀਆਂ? ਉਹ ਸਾਡੀ ਪਰੰਪਰਾ ਤੋਂ ਆਉਂਦੀਆਂ। ਗੱਲ ਉਹੀ ਆਉਂਦੀ ਜਿਹੜੀ ਮਨਦੀਪ ਸਿੰਘ ਜੀ ਨੇ ਪਹਿਲਾਂ ਵੀ ਆਪਣੇ ਸਪੀਚ ਵਿੱਚ ਦੱਸੀ ਕਿ ਸਾਡੀ ਪਰੰਪਰਾ ਕੀ ਹੈ? ਪਰੰਪਰਾ ਇਹ ਹੈ ਕਿ ਜੋ ਜਿਸ ਤਰ੍ਹਾਂ ਦੀ ਸੀ ਉਸ ਤਰ੍ਹਾਂ ਨੂੰ ਅਸੀਂ ਅੱਗੇ ਲੈ ਕੇ ਆਏ। ਸੰਪਰਦਾ, ਪਰੰਪਰਾ, ਸੇਮ। ਸੰਪਰਦਾ ਮੀਨਸ ਸੇਮ ਐਜ਼ ਲਾਈਕ ਇਟ ਵਾਜ਼ ਅਰਲੀਅਰ। ਜਿਹੜਾ ਪਹਿਲਾਂ ਤੋਂ ਗੁਰੂ ਸਾਹਿਬ ਜੀ ਦੇ ਟਾਈਮ ਤੋਂ, ਸਾਡੇ ਸਮੇਂ ਤੋਂ, ਸਿੱਖ ਕਾਲ ਤੋਂ ਆਉਂਦੀ ਆ ਰਹੀ ਹੈ, ਉਸੇ ਨੂੰ ਅਸੀਂ ਅੱਗੇ ਲੈ ਕੇ ਆਉਣਾ, ਉਹਨੂੰ ਹੀ ਸੰਪਰਦਾ ਕਹਿੰਦੇ ਆ, ਉਸੇ ਨੂੰ ਪਰੰਪਰਾ ਕਹਿੰਦੇ ਆ। ਅਤੇ ਸਾਡੇ ਜਦ ਸੈੱਟ ਆਫ ਇੰਸਟਰਕਸ਼ਨਸ ਉਹਦੇ ਵਿੱਚੋਂ ਨਿਕਲਣਗੇ ਤਾਂ ਉਹ ਸਾਡਾ ਪ੍ਰਬੰਧ ਹੋਏਗਾ। ਅੱਜ ਜਿਹੜਾ ਅਸੀਂ ਮੈਨੇਜਮੈਂਟ ਨੂੰ ਫੋਲੋ ਕਰ ਰਹੇ ਹਾਂ ਉਹ ਸਾਡੇ ਪਰੰਪਰਾ 'ਚੋਂ ਨਹੀਂ ਆਇਆ। ਹੁਣ ਫਰਕ ਕਿੱਥੇ ਹੈ? ਸਾਡੇ ਪ੍ਰਬੰਧ ਜਿਹਨੂੰ ਅਸੀਂ ਕਹਿੰਦੇ ਹਾਂ ਸਾਡਾ ਪ੍ਰਬੰਧ, ਔਰ ਅਸੀਂ ਜਿਸ ਨੂੰ ਅਪਣਾ ਰਹੇ ਹਾਂ ਉਹ ਅੰਗਰੇਜ਼ੀ ਪ੍ਰਬੰਧ। 1920 ਵਿੱਚ ਜਿਸ ਤਰ੍ਹਾਂ ਸਿੱਖ ਗੁਰਦੁਆਰਾ ਐਕਟ ਆਇਆ, ਉਸ ਵੇਲੇ ਜੋ ਸੈੱਟ ਆਫ ਇੰਸਟਰਕਸ਼ਨਸ ਤਿਆਰ ਕੀਤੇ ਗਏ ਉਹ ਵਿਦੇਸ਼ੀ ਦਿਮਾਗ 'ਚੋਂ ਆਏ ਸੀ। ਉਹਨਾਂ ਨੇ ਕਿਹਾ ਸਿੱਖ ਕਬਜ਼ੇ 'ਚ ਨਹੀਂ ਆਉਣੇ, ਸਿੱਖਾਂ ਦਾ ਸਟੇਟ ਇਨਟੂ ਸਟੇਟ ਗੁਰਦੁਆਰਾ ਹੈ, ਅਤੇ ਗੁਰਦੁਆਰੇ 'ਚ ਇਹਨਾਂ ਨੂੰ ਪਹਿਲਾਂ ਤਾਂ ਇਹਨਾਂ ਨੇ ਜਿਸ ਤਰ੍ਹਾਂ 1830 ਵਿੱਚ ਸਾਡੇ ਜਥੇਦਾਰ ਹਨੂੰਮਾਨ ਸਿੰਘ ਜੀ ਦੇ ਨਾਲ ਜੋ ਸ਼ਹੀਦੀਆਂ ਹੋਈਆਂ, ਉਸ ਤੋਂ ਬਾਅਦ ਅਕਾਲੀਆਂ ਦਾ ਘਾਣ ਹੋਇਆ। ਕਈ ਅਕਾਲੀਆਂ ਨੂੰ ਵੀਰ ਜੀ ਦੇ ਸਪੀਚ ਵਿੱਚ ਵੀ ਮੈਂ ਸੁਣੀ ਕਿ ਕਿਸ ਤਰ੍ਹਾਂ ਅਕਾਲ ਤਖਤ 'ਤੇ ਅੰਗਰੇਜ਼ੀ ਫੌਜਾਂ ਨੇ ਅਟੈਕ ਕਰਕੇ ਸਾਰੇ ਅਕਾਲੀਆਂ ਨੂੰ ਸ਼ਹੀਦ ਕੀਤਾ ਅਤੇ ਪ੍ਰਬੰਧ ਆਪਣੇ ਹੱਥ 'ਚ ਲੈ ਲਿਆ। ਫਿਰ ਉਹਨਾਂ ਨੇ ਕਿਹਾ ਹੁਣ ਵੀ ਸਿੱਖ ਉੱਠ ਜਾਣਗੇ, ਅਤੇ ਉਹਨਾਂ ਨੇ ਆਪਣਾ ਸਿੱਖ ਗੁਰਦੁਆਰਾ ਐਕਟ ਬਣਾ ਕੇ ਆਪਣੇ ਸੈੱਟ ਆਫ ਇੰਸਟਰਕਸ਼ਨ ਦੇ ਅੰਦਰ ਸਾਨੂੰ ਘੜ ਦਿੱਤਾ, ਸਾਡੀ ਸਕੁਐਰ ਅਪ ਕਰ ਦਿੱਤੀ। ਹੁਣ ਅਸੀਂ ਉਸ ਤੋਂ ਬਾਹਰ ਨਹੀਂ ਆ ਪਾ ਰਹੇ। ਅਸੀਂ ਜੋ ਵੀ ਸੋਚਦੇ ਹਾਂ, ਮੈਨੂੰ ਅਜਮੇਰ ਸਿੰਘ ਜੀ ਦੀ ਗੱਲ ਯਾਦ ਆਉਂਦੀ ਹੈ ਕਿ ਸਾਡੇ ਵੈਪਨਸ ਔਰ ਟੂਲਸ ਔਰ ਇਕਵਿਪਮੈਂਟ ਜਦ ਦੂਜੇ ਦੇ ਹੋਣਗੇ, ਜਦ ਸਾਡੇ ਹੱਥ ਵਿੱਚ ਕਾਰਪੈਂਟਰ ਦੇ ਔਜ਼ਾਰ ਹੋਣਗੇ, ਅਤੇ ਉਹਦੇ ਨਾਲ ਅਸੀਂ ਰਾਜ ਦਾ ਕੰਮ ਨਹੀਂ ਕਰ ਸਕਦੇ। ਔਰ ਰਾਜ ਦੇ ਔਜ਼ਾਰਾਂ ਨਾਲ ਅਸੀਂ ਸਰਜਰੀ ਨਹੀਂ ਕਰ ਸਕਦੇ। ਸਰਜਰੀ ਕਰਨ ਲਈ ਸਾਨੂੰ ਡਾਕਟਰੀ ਟੂਲਸ ਚਾਹੀਦੇ ਹੈ, ਅਤੇ ਇਸ ਤਰ੍ਹਾਂ ਸਾਡੇ ਟੂਲਸ ਜਿਹੜੇ ਹਨ ਉਹ ਸਾਡੇ ਕੋਲ ਨਹੀਂ ਹੈ। ਅੱਜ ਉਹਨੂੰ ਜਾਗਰਣ ਕਰਨ ਦੀ ਲੋੜ ਹੈ, ਉਹਦੀ ਜਾਗਰਤੀ ਲਾਉਣ ਦੀ ਲੋੜ ਹੈ। ਸਾਡੀ ਫਿਲਾਸਫੀ ਔਰ ਉਹਨਾਂ ਦੀ ਫਿਲਾਸਫੀ ਨੂੰ ਡਿਫਰੈਂਸ ਨੂੰ ਸਮਝਣ ਦੀ ਲੋੜ ਹੈ। ਮੈਂ 2-3 ਗੱਲਾਂ ਬੜੀ ਬਰੀਫ ਹੋ ਕੇ ਕਰਾਂਗਾ। ਅੰਗਰੇਜ਼ਾਂ ਦੀ ਫਿਲਾਸਫੀ ਹੈ, ਉਹ ਸੰਗ ਨਹੀਂ ਲੈ ਕੇ ਚੱਲਦੇ ਕਿਸੇ ਨੂੰ। ਖਾਲਸੇ ਦੀ ਪੰਥਕ ਦੀ ਸਾਡੀ ਫਿਲਾਸਫੀ ਹੈ, ਅਸੀਂ ਸਭ ਨੂੰ ਸੰਗ ਲੈ ਕੇ ਚੱਲਦੇ ਹਾਂ। ਗਰੀਬ ਹੋਏ, ਥੋੜ੍ਹੇ ਕਿਸੇ ਵੀ ਜਾਤੀ ਦਾ ਹੋਏ, ਕਿਸੇ ਵੀ ਸੈਕਸ਼ਨ ਦਾ ਹੋਏ, ਅਸੀਂ ਸਭ ਨੂੰ ਬਰਾਬਰੀ ਦਿੰਦੇ ਹਾਂ। ਲੰਗਰ ਵਿੱਚ, ਪੰਗਤ ਵਿੱਚ, ਗੁਰਦੁਆਰੇ ਵਿੱਚ, ਹਰ ਪਾਸੇ ਅਸੀਂ ਉਹਨਾਂ ਦੀ ਸੇਵਾ ਵੀ ਕਰਦੇ ਹਾਂ। ਅੰਗਰੇਜ਼ ਕਹਿੰਦਾ ਡਿਸਕ੍ਰਿਮੀਨੇਸ਼ਨ, ਕੈਟਾਗਰਾਈਜ਼ ਕਰ ਦਿਓ, ਇਹ ਕੈਟਾਗਰੀ ਵੱਖਰੀ ਹੈ, ਪੜ੍ਹੇ ਲਿਖੇ ਦੀ ਕੈਟਾਗਰੀ ਹੈ, ਇਹ ਮੀਡੀਓਕਰ ਦੀ ਕੈਟਾਗਰੀ, ਇੱਕ ਐਲਾਈਟ ਕੈਟਾਗਰੀ ਹੈ ਉਹਨਾਂ ਦੀ। ਉਹ ਕਹਿੰਦੇ ਇਹਨੇ ਰਾਜ ਕਰਨਾ, ਇਹਨੇ ਸੋਚਣਾ, ਦੂਜੇ ਬਾਰੇ, ਦੂਜੇ ਨੂੰ ਉੱਠਣ ਦੀ ਰਸਤਾ ਹੀ ਕੱਢ ਦਿਓ ਉਹਦਾ। ਅਤੇ ਸਿੱਖ ਧਰਮ ਵਿੱਚ ਕੀ ਹੈ ਕਿ ਜਿਨ ਕੀ ਜਾਤ ਔਰ ਕੁਲ ਮਾਹੇ ਸਰਦਾਰੀ ਨਾ ਭਈ ਕਦਾਈ, ਤਿਨਹੀ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ। ਸਾਡੇ ਵਿੱਚ ਹੈ ਕਿ ਅਸੀਂ ਜਿਹੜਾ ਪਿਛੜਾ ਵਰਗ ਹੈ ਉਹਨੂੰ ਵੀ ਅਸੀਂ ਇਲਾਈਟ 'ਤੇ ਲਿਆ ਸਕਦੇ ਹਾਂ, ਉਹਨੂੰ ਵੀ ਸਰਦਾਰੀ ਦੇਣ ਦੀ ਗੱਲ ਕਰਦੇ ਹਾਂ। ਉਹ ਕਹਿੰਦੇ ਕਿ ਅਸੀਂ ਡਿਸਕ੍ਰਿਮੀਨੇਟ ਕਰਨਾ ਹੈ, ਵੱਖਰਾ ਵੱਖਰਾ ਕਰਨਾ ਹੈ, ਕਿਉਂਕਿ ਉਹਨਾਂ ਦੀ ਨੀਤੀ ਵੱਖਰੀ ਹੈ, ਉਹਨਾਂ ਦੇ ਸੈੱਟ ਆਫ ਇੰਸਟਰਕਸ਼ਨਸ, ਉਹਨਾਂ ਦਾ ਮੈਨੇਜਮੈਂਟ ਵੱਖਰਾ, ਉਹਨਾਂ ਦੀ ਫਿਲਾਸਫੀ ਵੱਖਰੀ ਹੈ, ਸਾਡੀ ਫਿਲਾਸਫੀ ਵੱਖਰੀ ਹੈ। ਦੂਜਾ, ਅਸੀਂ ਕਹਿੰਦੇ ਹਾਂ ਜਿਹੜਾ ਕਮਜ਼ੋਰ ਹੈ ਉਹਨੂੰ ਸਪੋਰਟ ਕਰੋ, ਉਹਨੂੰ ਅੱਗੇ ਲੈ ਕੇ ਆਓ। ਉਹ ਕਹਿੰਦੇ ਇਹਨੂੰ ਐਲੀਮੀਨੇਟ ਕਰ ਦਿਓ ਜਾਂ ਐਸੈਸੀਮੀਲੇਟ ਕਰ ਦਿਓ, ਉਹਨੂੰ ਆਪਣੇ ਅੰਦਰ ਜਜ਼ਬ ਕਰ ਲਓ, ਇਹਨੂੰ ਰਹਿਣ ਨਹੀਂ ਦੇਣਾ, ਕਿਉਂਕਿ ਅਗਰ ਇਹ ਉੱਠ ਗਿਆ ਤਾਂ ਕੱਲ੍ਹ ਸਾਡੇ ਕੋਲੋਂ ਰਾਜ ਮੰਗ ਲਏਗਾ। ਉਹਨਾਂ ਦੀ ਪੋਲਿਸੀ ਇਸ ਤਰ੍ਹਾਂ ਰਹੀ। ਉਸ ਪੋਲਿਸੀ 'ਤੇ ਉਹਨਾਂ ਨੇ ਸਿੱਖ ਰਾਜ ਦੇ ਅੰਦਰ ਵੀ ਫੂਟ ਵੀ ਪਾਈ। ਸਾਡਾ ਐਜੂਕੇਸ਼ਨ ਸਿਸਟਮ, ਲਾਹੌਰ ਦੀ ਪੂਰੀ ਲਾਇਬ੍ਰੇਰੀ ਤਬਾਹ ਕਰ ਦਿੱਤੀ ਗਈ। ਇਸ ਵੇਲੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਬ੍ਰਿਟਿਸ਼ ਫੌਜਾਂ ਨੇ ਲਾਹੌਰ 'ਤੇ ਕਾਬਜ਼ ਹੋਈਆਂ, ਉਹਨਾਂ ਨੇ ਸਾਡੀ ਲਾਇਬ੍ਰੇਰੀ, ਸਾਡਾ ਐਜੂਕੇਸ਼ਨ ਸਿਸਟਮ ਸਾਰਾ ਕੁਝ ਖਤਮ ਕਰ ਦਿੱਤਾ ਕਿ ਕੋਈ ਇਹਨਾਂ ਦੀ ਪਨੀਰੀਆਂ ਵਿੱਚ ਕੋਈ ਕਿਸੇ ਨੂੰ ਇਹ ਨਾ ਲੱਗ ਸਕੇ ਕਿ ਪਤਾ ਕਿ ਸਾਡੀ ਪਿਛੋਕੜ ਕੀ ਸੀ, ਸਾਡੀ ਪਰੰਪਰਾ ਕੀ ਸੀ, ਫਿਲਾਸਫੀ ਨਾ ਅੱਗੇ ਚਲੀ ਜਾਏ। ਉਹਨਾਂ ਨੇ ਪੂਰੇ ਜ਼ੋਰ ਲਗਾਏ ਔਰ ਅਸੀਂ ਅੱਜ ਤੱਕ ਸਾਡੇ ਕੋਲ ਉਹ ਚੀਜ਼ਾਂ ਦੇ ਸਰੋਤ ਵੀ ਪੂਰੀ ਤਰ੍ਹਾਂ ਨਹੀਂ ਹੈਗੇ। ਇਸੇ ਤਰ੍ਹਾਂ ਇਕੁਐਲਿਟੀ ਦੀ ਗੱਲ ਕਰਦੇ ਹਾਂ ਅਸੀਂ, ਉਹ ਕਰਦੇ ਸੁਪੀਰੀਅਰਿਟੀ ਔਰ ਇਨਫੀਰੀਅਰਿਟੀ ਦੀ ਗੱਲ। ਉਹ ਕਹਿੰਦੇ ਸਾਡੀ ਗੱਲ ਸੁਪੀਰੀਅਰ ਹੈ, ਤੁਹਾਡੀ ਗੱਲ ਇਨਫੀਰੀਅਰ ਹੈ। ਇਸ ਚੀਜ਼ ਦਾ ਪੁਰਜ਼ੋਰ ਪ੍ਰਚਾਰਾ ਹੁੰਦਾ ਹੈ ਕਿ ਤੁਹਾਨੂੰ ਫੀਲ ਕਰਾਇਆ ਜਾਏ ਕਿ ਯੂ ਆਰ ਇਨਫੀਰੀਅਰ। ਜਿਹੜਾ ਉੱਤੇ ਬੈਠਾ ਸਟੇਜ 'ਤੇ, ਉਹ ਕੁਰਸੀਆਂ 'ਤੇ ਬੈਠਾ, ਪ੍ਰਧਾਨ ਬੈਠਾ, ਸਕੱਤਰ ਬੈਠਾ, ਇਸ ਪੋਲਿਸੀ ਨੂੰ ਅਸੀਂ, ਇਸ ਫਿਲਾਸਫੀ ਨੂੰ ਆਪਣੇ ਗੁਰਦੁਆਰੇ ਵਿੱਚ ਲੈ ਆਏ ਹਾਂ। ਪ੍ਰਧਾਨ ਸਕੱਤਰ ਟੇਬਲ ਚੇਅਰ 'ਤੇ ਬੈਠੇਗਾ, ਬਾੜੀ ਸੰਗਤ ਨੂੰ ਸਬਜੈਕਟ ਔਰ ਆਬਜੈਕਟ ਦਾ ਡਿਫਰੈਂਸ ਬਣਾ ਕੇ ਰੱਖਿਆ ਹੈ ਕਿ ਅਸੀਂ ਸੁਪੀਰੀਅਰ ਹਾਂ, ਅਸੀਂ ਜਿੱਤ ਕੇ ਆ ਗਏ, ਹੁਣ ਵੋਟਾਂ ਸਾਡੀਆਂ, ਅਸੀਂ ਸੀਟਾਂ, ਹੁਣ 5 ਸਾਲੀ ਸਾਡੀ ਰਾਜਗੱਦੀ ਆ ਗਈ ਗੁਰਦੁਆਰੇ ਦੀ, ਅਤੇ ਤੁਸੀਂ ਸੰਗਤ
ਮੂੰਹੋਂ ਸੰਗਤ ਕਹਿ ਰਹੇ ਹੋ, ਸੰਗਤ ਨੂੰ ਫਤਿਹ ਵੀ ਬੁਲਾਣਗੇ, ਲੇਕਿਨ ਜਿਸ ਵੇਲੇ ਡਿਕਟੇਟ ਕਰਨ ਦਾ ਉਹਨਾਂ ਦਾ ਮੋਡ ਹੈ, ਉਹ ਮੋਡ ਤੁਸੀਂ ਫੀਲ ਕਰੋਗੇ ਕਿ ਸੁਪੀਰੀਅਰਿਟੀ ਔਰ ਇਨਫੀਰੀਅਰਿਟੀ ਦਾ ਫੀਲ ਆਉਂਦੀ ਹੈ। ਉਹ ਸਾਨੂੰ ਪ੍ਰਵਾਨ ਨਹੀਂ ਹੈ, ਸਿੱਖ ਧਰਮ ਵਿੱਚ ਪ੍ਰਵਾਨ ਨਹੀਂ ਹੈ। ਸਿੱਖ ਧਰਮ ਬਰਾਬਰੀ ਦਾ ਧਰਮ ਹੈ। ਸੰਵਾਦ ਹੋ ਰਿਹਾ ਹੈ, ਪੁੰਜੇ ਬੈਠ ਕੇ ਸਾਰੇ ਬਰਾਬਰ ਹੋ ਕੇ ਬੈਠੇ, ਸਾਰੇ ਵੀਰ, ਸਭ ਨਾਲ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੈ, ਸਭ ਨੂੰ ਬਰਾਬਰ ਮੌਕਾ ਦਿੱਤਾ ਜਾਂਦਾ ਹੈ। ਤੁਸੀਂ ਆਪਣੀ ਗੱਲ ਰੱਖੋ, ਆਪਣੀ ਗੱਲ ਸੁਣੋ, ਔਰ ਸੁਣਨ ਦੇ ਕੰਨ ਵੀ ਹੈ ਸਿੱਖਾਂ ਕੋਲ। ਇੱਕ ਹੋਰ ਡਿਫਰੈਂਸ ਅਸੀਂ ਦੇਖੀਏ, ਅੰਗਰੇਜ਼ੀ ਸੱਭਿਅਤਾ ਦੇ ਅੰਦਰ ਹਰ ਵੇਲੇ ਕੰਮ ਨੂੰ ਕਰਨ ਦੀ ਤਲਖੀ, ਜਲਦੀ ਕਰ ਦਿਓ, ਇਹਨਾਂ ਦਿਨਾਂ 'ਚ ਕਰ ਦਿਓ, ਟਾਈਮ ਸਟਿਪੂਲੇਟਿਡ, ਔਰ ਟਾਈਮ ਸਭ ਤੋਂ ਜ਼ਿਆਦਾ ਬਰਬਾਦ ਇਸ ਫਿਲਾਸਫੀ ਦੇ ਅੰਦਰ ਹੁੰਦਾ ਹੈ। ਮਨੁੱਖ ਦੇ ਜੀਵਨ ਵਿੱਚ ਪੈਸਾ ਵੱਧਦਾ ਹੈ, ਜ਼ਮੀਨ ਵੱਧਦੀ ਹੈ, ਇੱਕ ਉਹਦਾ ਜੀਵਨ ਦਾ ਕਾਲ ਹੈ ਜਿਹੜਾ ਨਾਨ ਰੀਨਿਊਏਬਲ ਰਿਸੋਰਸ ਹੈ। ਜਿਹੜਾ ਮਨੁੱਖ ਦਾ ਜੀਵਨ ਹੈ ਉਹ ਦਿਨ ਬ ਦਿਨ ਘਟ ਰਿਹਾ ਹੈ। ਇਹ ਗੁਰਬਾਣੀ ਸਾਨੂੰ ਬਾਰ-ਬਾਰ ਕਹਿੰਦੀ ਹੈ, ਔਰ ਅਸੀਂ ਇਸ ਚੀਜ਼ ਨੂੰ ਨਹੀਂ ਸਮਝ ਰਹੇ ਕਿ ਜਿੱਥੇ ਅਸੀਂ ਗੁਰਦੁਆਰੇ ਜਾ ਰਹੇ ਹਾਂ ਕੁਝ ਪ੍ਰਾਪਤੀ ਕਰਨ ਲਈ, ਅਧਿਆਤਮ ਪ੍ਰਾਪਤ ਕਰਨ ਲਈ, ਗੁਰੂ ਕੀ ਗੱਲ ਸੁਣਨ ਲਈ, ਉੱਥੇ ਸਾਡਾ ਟਾਈਮ ਕਿੰਨਾ ਖਰਾਬ ਕੀਤਾ ਜਾਂਦਾ ਹੈ। ਸਬਜੈਕਟਿਵ ਗੱਲ 2 ਲਾਈਨਾਂ ਦੀ ਹੁੰਦੀ ਹੈ, 4-4 ਘੰਟੇ 5-5 ਘੰਟੇ ਸੰਗਤ ਬੈਠੀ ਰਹਿੰਦੀ ਹੈ, ਸੰਗਤ ਨੂੰ ਉਹ ਚੀਜ਼ ਦੀ ਪ੍ਰਾਪਤੀ ਨਹੀਂ ਹੁੰਦੀ। ਹੁੰਦਾ ਕੀ ਹੈ ਕਿ ਆਉਣ ਵਾਲੀ ਜਿਹੜੀ ਨਵੀਂ ਜਨਰੇਸ਼ਨ ਆ ਉਹ ਕਹਿੰਦੀ ਪਾਪਾ ਤੁਸੀਂ ਕੀ ਕਰਦੇ ਗੁਰਦੁਆਰੇ ਜਾ ਕੇ 3-3 ਘੰਟੇ ਬੈਠੇ ਰਹਿੰਦੇ ਹੋ, ਬਾਬਾ ਜੀ ਕੋਈ ਸਮਝ ਨਹੀਂ ਆਉਂਦੀ ਸੀ, ਤੇ ਮੱਥਾ ਟੇਕ ਕੇ ਬਾਹਰ ਆ ਜਾਂਦੇ, ਲੰਗਰ ਛਕੋ ਬਾਹਰ ਹੋ ਜਾਂਦੇ ਲੋਕੀ। ਕਿਉਂ? ਉਹਨਾਂ ਨੇ ਸਿਸਟਮ ਇੰਨਾ ਗੰਦਾ ਸਾਡੀ ਮੈਨੇਜਮੈਂਟ ਦੇ ਅੰਦਰ ਕਰ ਦਿੱਤਾ ਹੈ। ਕੱਲ ਮੈਂ ਟੌਪਿਕ ਤੇ ਹੀ ਆ ਰਿਹਾ, ਜਿਹੜੀ ਟੌਪਿਕ ਇਹਨਾਂ ਨੇ ਕਹੀ ਮੈਨੇਜਮੈਂਟ ਇਨ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਦਾ ਟੌਪਿਕ ਸਾਨੂੰ ਮਿਲਿਆ। ਉੱਥੇ ਸਾਡੀ ਫਿਲਾਸਫੀ ਕਿੱਥੇ ਖਰਾਬ ਹੋਈ ਹੈ ਕਿ ਅਸੀਂ ਸੰਗਤ ਦਾ ਟਾਈਮ ਖਰਾਬ ਕਰਦੇ ਹਾਂ, ਸੰਗਤ ਨੂੰ ਸਬਸਟੈਂਸ ਨਹੀਂ ਪ੍ਰੋਵਾਈਡ ਕਰਦੇ। ਜਿਹੜੀ ਸੰਗਤ ਘਰੋਂ ਟਾਈਮ ਲੈ ਕੇ ਆਈ ਹੈ, ਕੱਢ ਕੇ ਆਈ ਹੈ, ਟਾਈਮ ਜੀਵਨ ਦੇ ਅੰਦਰ ਕਦੀ ਘਟਣਾ ਨਹੀਂ, ਵਧਣਾ ਨਹੀਂ। ਤੁਹਾਡੀ ਜ਼ਮੀਨ ਜਾਇਦਾਦ ਪੈਸਾ ਪਿਆ ਵੀ ਵੱਧ ਜਾਏਗਾ, ਤੁਹਾਡੀ ਉਮਰ ਨਹੀਂ ਵਧਣੀ, ਉਮਰ ਘਟਣੀ ਹੈ। ਔਰ ਇੱਕ ਬੰਦੇ ਕੋਲ 20-25 ਸਾਲ ਹੀ ਹੁੰਦੇ ਮੇਨ ਜਿਹੜੇ ਸਬਸਟੈਂਸ ਜਿਹਦੇ ਵਿੱਚ ਉਹਨੇ ਉਦਮ ਕਰਨਾ ਹੈ, ਉਪਰਾਲਾ ਕਰਨਾ ਹੈ, ਆਪਣੇ ਜੀਵਨ ਨੂੰ ਵੀ ਉੱਚਾ ਕਰਨਾ ਹੈ, ਪੰਥ ਦੀ ਸੇਵਾ ਵੀ ਕਰਨੀ ਹੈ, ਪਰਿਵਾਰ ਨੂੰ ਵੀ ਲੈ ਕੇ ਚੱਲਣਾ ਹੈ, ਸਰਬੱਤ ਦਾ ਭਲਾ ਵੀ ਕਰਨਾ ਹੈ। ਉਹ ਸਮਾਂ ਉਹਦਾ ਗੁਰਦੁਆਰੇ ਵਿੱਚ ਆ ਕੇ 4-4 ਘੰਟੇ 5-5 ਘੰਟੇ ਬਹਿਣਾ, ਔਰ ਉਹਦੇ ਵਿੱਚ ਜਿਹੜਾ ਇਨਫੀਰੀਅਰ ਔਰ ਸੁਪੀਰੀਅਰਿਟੀ ਦਾ ਸਿਸਟਮ ਹੈ, ਉਹ ਕਹਿੰਦੇ ਸਾਡਾ ਸ਼ੋਅ ਬਿਜ਼ਨਸ ਹੈ ਪ੍ਰਧਾਨ ਦਾ, ਸਕੱਤਰ ਦਾ, ਉਹ 1-1 ਘੰਟਾ ਮਾਈਕ ਫੜ ਕੇ ਬਹਿ ਜਾਂਦੇ। ਮਾਈਕ ਦੇ ਅੰਦਰ ਤੁਸੀਂ ਉਹਦੇ ਸਬਸਟੈਂਸ ਨੂੰ ਦੇਖੋ, ਸਬਸਟੈਂਸ ਸੰਗਤ ਨੂੰ ਕੀ ਮਿਲ ਰਿਹਾ? ਸੰਗਤ ਗੁਰੂ ਦੀ ਗੱਲ ਸੁਣਨ ਆਈ ਹੈ, ਪ੍ਰਧਾਨ ਦੇ ਆਪਣੀ ਵਾਹਵਾਹੀ ਸੁਣਨ ਆਈ ਹੈ। ਹੁਣ ਤੂੰ ਕੀ ਅਚੀਵਡ ਕੀਤਾ ਤੈਨੂੰ ਦੱਸਣ ਦੀ ਲੋੜ ਨਹੀਂ ਹੈ, ਉਹ ਤੇ ਤੇਰੀ ਕਰਨੀ ਆਪ ਹੀ ਦੱਸ ਜਾਏਗੀ। ਸਾਡੀ ਫਿਲਾਸਫੀ ਹੈ ਕਿ ਕਰਮ ਕਰਨੀ, ਅਸੀਂ ਸਾਡੀ ਕਿਰਤ ਜਿਹੜੀ ਹੈ ਉਹ ਆਪ ਹੀ ਸਾਨੂੰ ਬੋਲਦੀ, ਸਿੱਖ ਦੀ ਪਰਿਭਾਸ਼ਾ ਕਰਦੀ, ਸਿੱਖ ਦੇ ਵਿਅਕਤੀਤਵ ਨੂੰ ਪਰਿਭਾਸ਼ਿਤ ਕਰਦੀ ਹੈ ਸਾਡੀ ਕਿਰਤ, ਸਾਨੂੰ ਦੱਸਣ ਦੀ ਲੋੜ ਨਹੀਂ। ਲੇਕਿਨ ਸਾਡੀ ਅੰਗਰੇਜ਼ਾਂ ਦੀ ਜਿਹੜੀ ਫਿਲਾਸਫੀ ਸਾਡੇ ਗੁਰਦੁਆਰੇ ਵਿੱਚ ਆ ਗਈ ਹੈ, ਕਈ ਘੰਟਿਆਂ ਦਾ ਸਾਡਾ ਦੀਵਾਨ ਹਾਲ ਵਿੱਚ ਸਮਾਗਮਾਂ ਵਿੱਚ ਟਾਈਮ ਖਰਾਬ ਕਰ ਦਿੱਤਾ ਜਾਂਦਾ, ਜਿਹੜਾ ਟਾਈਮ ਸੰਗਤ ਕੋਲ ਨਹੀਂ ਹੈ। ਇੱਕ ਮਨੁੱਖ, ਵਿਅਕਤੀਗਤ ਮਨੁੱਖ ਕੋਲ ਵੀ ਇੰਨਾ ਸਮਾਂ ਨਹੀਂ ਹੈ ਕਿ ਆਪਣਾ ਸਮਾਂ ਕੱਢ ਕੇ ਆਉਂਦਾ ਹੈ, ਕਿੰਨਾ ਮਨ ਵਿੱਚ ਭਾਵਨਾ ਲੈ ਕੇ ਆਉਂਦਾ, ਉਹਦੀ ਭਾਵਨਾ ਨੂੰ ਇੰਨਾ ਡਾਇਲੂਟ ਕਰ ਦਿੰਦੇ ਹੈ। ਇੱਕ ਬੰਦੇ ਨੂੰ ਉਡੀਕ ਕਰਾ ਦਿਓ, ਦਫ਼ਤਰ ਦੇ ਬਾਹਰ ਖੜਾ ਕਰਾ ਦਿਓ, ਬਾਹਰ ਮੈਜਿਸਟ੍ਰੇਟ ਸਾਹਿਬ ਅੰਦਰ ਵਿਹਲੇ ਨਹੀਂ ਜੀ, ਜਾਂ ਡਾਕਟਰ ਸਾਹਿਬ ਅੰਦਰ ਵਿਹਲੇ ਨਹੀਂ ਹੈ, ਤੁਸੀਂ 1 ਘੰਟਾ 2 ਘੰਟਾ ਬੈਠੋਗੇ, ਤੁਹਾਡਾ ਗੁੱਸਾ ਕਿੰਨਾ ਹੀ ਹੋਏ ਸ਼ਾਂਤ ਹੋ ਜਾਏਗਾ, ਡਾਇਲੂਟ ਹੋ ਜਾਏਗਾ। ਤੁਹਾਡੀ ਭਾਵਨਾ ਨੂੰ ਡਾਇਲੂਟ ਕਰ ਦਿੰਦੇ, ਭਾਵਨਾ ਵਿੱਚ ਆ ਕੇ ਪਤਾ ਨਹੀਂ ਤੁਸੀਂ ਕੀ ਕੁਝ ਕਰ ਜਾਓ ਜਾਂ ਕੀ ਕੁਝ ਪ੍ਰਾਪਤੀ ਕਰ ਜਾਓ। ਜਿਸ ਭਾਵਨਾ ਨਾਲ ਤੁਸੀਂ ਘਰੋਂ ਤੁਰੇ ਸੀ ਗੁਰੂ ਸਾਹਿਬ ਜੀ ਦੇ ਕੋਲ ਗੁਰੂ ਦੀ ਗੱਲ ਸੁਣਨ ਲਈ, ਉਹ ਤੁਹਾਡੀ ਭਾਵਨਾ ਨੂੰ ਕਿਸ ਤਰ੍ਹਾਂ ਡਾਇਲੂਟ ਕਰਦੇ। ਇਹਦੇ ਵਿੱਚ ਬਹੁਤ ਵੱਡਾ ਛੜਯੰਤਰ ਹੈ, ਇਹਦੇ ਵਿੱਚ ਬਹੁਤ ਗਹਿਨ ਪਾਲਿਸੀ ਚੱਲ ਰਹੀ ਹੈ। ਇਸ ਫਿਲਾਸਫੀ ਨੂੰ ਸਮਝਣਾ ਹੋਏਗਾ, ਉਹ ਆਪਣੇ ਪ੍ਰਬੰਧਾਂ ਵਿੱਚ ਅਸੀਂ ਇਹ ਚੀਜ਼ਾਂ ਨੂੰ ਲਿਆਉਣਾ ਹੋਏਗਾ। ਤੀਜੀ ਗੱਲ, ਇਹਨਾਂ ਦੀ ਪਾਲਿਸੀ ਹੈ ਜਿਹੜਾ ਵੈਸਟਰਨ ਪਾਲਿਸੀ ਹੈ, ਉਹ ਕਹਿੰਦੇ ਕਿ ਬਈ ਅਸੀਂ ਸ਼ੁਰੂੜ ਤਰੀਕੇ ਨਾਲ ਅਟੈਕ ਵੀ ਕਰਨਾ ਹੈ, ਦੂਜੇ 'ਤੇ ਅਟੈਕ ਵੀ ਕਰਨਾ ਹੈ, ਤੁਹਾਡੀ ਜੜ੍ਹਾਂ ਵੀ ਕੱਟਣੀ ਹੈ। ਅਤੇ ਉਹਨੂੰ ਕਹਿੰਦੇ ਪਤਾ ਕੀ ਹੈ? ਡਿਫੈਂਸ। ਸਾਡੀ ਡਿਫੈਂਸ ਆਰਮੀ, ਡਿਫੈਂਸ ਫੋਰਸਿਸ। ਔਰ ਸਾਡੇ ਵਿੱਚ ਕੀ ਹੈ, ਹੁਣ ਸਾਨੂੰ ਇੱਥੇ ਪਾਲਿਸੀ ਆਪਣੀ ਬਦਲਣੀ ਪਏਗੀ। ਸਿੱਖ ਨੇ ਕੋਈ ਬਾਹਰੋਂ ਨਹੀਂ ਲਿਆਣੇ, ਸਾਡੇ ਇਹੀ ਵੀਰ, ਸਾਡੇ ਇਹੀ ਭਰਾ, ਅਸੀਂ ਇਹਨੂੰ ਹੀ ਕੁਸ਼ਤਾ ਬਣਾਉਣਾ ਹੈ, ਇਸੇ ਜ਼ਹਿਰ ਨੂੰ, ਇਹਨਾਂ ਦੇ ਜ਼ਹਿਰ ਤੋਂ ਹੀ ਕੁਸ਼ਤਾ ਬਣਾਉਣਾ। ਸਾਨੂੰ ਕੋਈ ਅਲੱਗ ਰਿਸੋਰਸਿਸ ਨਹੀਂ ਮਿਲਣ ਲੱਗੇ। ਇੱਕ ਗੱਲ ਹੋਰ ਸੋਚਣ ਵਾਲੀ ਗੱਲ ਹੈ ਕਿ ਅੰਗਰੇਜ਼ ਰਾਜ ਕਈ 100 ਸਾਲ ਰਿਹਾ, ਲੇਕਿਨ ਉਹਨਾਂ ਦੀ ਆਈਡੀਓਲੋਜੀ ਨਹੀਂ ਖਤਮ ਹੋਈ। ਇਸ ਤਰ੍ਹਾਂ ਤਾਂ ਨਹੀਂ ਕਿ ਉਹਨਾਂ ਦਾ ਕੋਈ ਗਵਰਨਰ ਮਰ ਗਿਆ ਤਾਂ ਉਸ ਤੋਂ ਬਾਅਦ ਉਹ ਕੰਮ ਨਾ ਕਰ ਸਕੇ, ਇਹ ਨਹੀਂ ਹੋਇਆ। ਅੰਗਰੇਜ਼ ਰਾਜ ਨੇ ਪੂਰੇ ਦੁਨੀਆ 'ਚ ਰਾਜ ਕੀਤਾ, ਕਈ 100 ਸਾਲਾਂ ਤੱਕ ਕੀਤਾ। ਕਿਸੇ ਬੰਦੇ ਦੀ ਉਮਰ 50, 100, 60 ਸਾਲ, 70 ਸਾਲ, 80 ਸਾਲ। ਲੇਕਿਨ ਸਿੱਖਾਂ ਕੋਲ ਅਗਰ ਇੱਕ ਸ਼ਹੀਦ ਹੋ ਜਾਂਦਾ ਲੀਡਰ, ਅਸੀਂ ਕਹਿੰਦੇ ਸਾਡਾ ਲੀਡਰ ਸ਼ਹੀਦ ਹੋ ਗਿਆ, ਸਾਨੂੰ ਲੀਡਰ ਨਹੀਂ ਲੱਭਦਾ। ਕਿਉਂ? ਸਾਡੀ ਆਈਡੀਓਲੋਜੀ ਤਿਆਰ ਨਹੀਂ ਹੋਈ, ਸਾਡੀ ਫਿਲਾਸਫੀ ਸਰਕੂਲੇਟ ਨਹੀਂ ਹੋਈ, ਜਿਹੜੀ ਕਿਲ ਕਰ ਦਿੱਤੀ ਗਈ ਸੀ ਲਾਹੌਰ ਤਖਤ ਨੂੰ ਕਬਜ਼ਾ ਕਰਨ ਤੋਂ ਬਾਅਦ।
ਸਾਡੀ ਉਹ ਚੀਜ਼ ਅੱਗੇ ਟਰਾਂਸਫਰ ਨਹੀਂ ਹੋ ਰਹੀ, ਉੱਥੇ ਅਸੀਂ ਕੰਮ ਕਰਨਾ ਪਏਗਾ। ਸਾਡਾ ਮੈਨੇਜਮੈਂਟ ਦੀ ਪ੍ਰੋਬਲਮ ਇਹ ਨਹੀਂ ਕਿ ਅਸੀਂ ਮੈਨੇਜਮੈਂਟ ਲੈ ਲਾਂਗੇ, ਲੈਣ ਤੋਂ ਬਾਅਦ ਕੀ ਕਰਾਂਗੇ। ਸਪੋਜ਼ ਇੱਕ ਜੱਥੇ ਨੇ ਬੜੀ ਉਦਮ ਕੀਤਾ, ਨੌਜਵਾਨ ਜੱਥਾ ਤਿਆਰ ਹੋਇਆ, ਉਹਨੇ ਜਾ ਕੇ ਉਸ ਚੀਜ਼ ਨੂੰ ਐਕਵਾਇਰ ਕਰ ਲਿਆ। ਸਾਡਾ ਲੀਡਰ ਸਮਾਂ ਪਾ ਕੇ ਸਭ ਨੇ ਤੁਰ ਜਾਣਾ ਗੁਰੂ ਸਾਹਿਬ ਜੀ ਦੇ ਹੁਕਮ ਵਿੱਚ, ਉਹ ਟੁਰ ਗਿਆ, ਸ਼ਹੀਦ ਹੋ ਗਿਆ, ਜਾਂ ਆਪਣਾ ਸਮਾਂ ਪੂਰਾ ਮਾਸਟਰ ਤਾਰਾ ਸਿੰਘ ਵਰਗਾ ਪੂਰਾ ਕਰ ਗਿਆ। ਉਸ ਤੋਂ ਬਾਅਦ ਸਾਡੇ ਕੋਲ ਲੀਡਰ ਨਹੀਂ ਲੱਭਦਾ। ਕਿਉਂ? ਸਾਡੀ ਫਿਲਾਸਫੀ ਡਿਕਟੇਟ ਨਹੀਂ ਹੋਈ। ਅਸੀਂ ਸਾਡੇ ਸਕੂਲ ਜਿਹੜੇ ਹਨ ਉਹ ਇੰਗਲਿਸ਼ ਸਕੂਲ ਹੈਗੇ, ਉਹਨਾਂ ਵਿੱਚ ਫਿਲਾਸਫੀ ਜਿਹੜੀ ਪੜ੍ਹਾਈ ਜਾਂਦੀ ਹੈ, ਮੈਨੇਜਮੈਂਟ ਜਿਹੜਾ ਪੜ੍ਹਾਇਆ ਜਾਂਦਾ, ਜਿਹੜਾ ਸੈੱਟ ਆਫ ਇੰਸਟਰਕਸ਼ਨਸ ਪੜ੍ਹਾਏ ਜਾਂਦੇ, ਉਹਨਾਂ ਦੀ ਪਰੰਪਰਾ ਤੋਂ ਨਿਕਲੀ ਹੈ, ਸਾਡੀ ਪਰੰਪਰਾ ਤੋਂ ਨਹੀਂ ਨਿਕਲੀ। ਸਾਨੂੰ ਆਪਣੀ ਸੰਪਰਦਾ ਨੂੰ ਸਮਝਣਾ ਪਏਗਾ, ਆਪਣੀ ਪਰੰਪਰਾ ਨੂੰ ਸਮਝਣਾ ਪਏਗਾ। ਜਦ ਤੱਕ ਅਸੀਂ ਉਸ ਨੂੰ ਫਾਰਵਰਡ ਨਹੀਂ ਲੈ ਕੇ ਆਵਾਂਗੇ, ਫਿਲਾਸਫੀ ਨੂੰ ਅੱਗੇ ਨਹੀਂ ਲਿਆਵਾਂਗੇ, ਉਹ 100 ਸਾਲਾਂ ਤੱਕ, ਕਈ 100 ਸਾਲਾਂ ਤੱਕ ਰਾਜ ਕਰ ਗਏ। ਅਸੀਂ ਕੁਝ 40 ਵਰਿਆਂ ਦੇ 40 ਸਾਲਾਂ ਦੇ ਅੰਦਰ, 50 ਸਾਲਾਂ ਦੇ ਅੰਦਰ ਅਸੀਂ ਆਪਣਾ ਰਾਜ ਖੋ ਲਿਆ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੋਈ ਰਾਜ ਕਿਉਂ ਨਹੀਂ ਲੈ ਸਕਿਆ? ਕਿਉਂਕਿ ਉਹ ਫਿਲਾਸਫੀ ਅੱਗੇ ਟਰਾਂਸਫਰ ਨਹੀਂ ਹੋਈ, ਉਹ ਐਜੂਕੇਸ਼ਨ ਅੱਗੇ ਟਰਾਂਸਫਰ ਨਹੀਂ ਹੋਈ, ਔਰ ਜੋ ਹੋਈ ਉਹਨਾਂ ਨੇ ਉਹਨਾਂ ਨੂੰ ਐਸੈਸੀਮੀਲੇਟ ਕਰ ਲਿਆ, ਖਰੀਦ ਲਿਆ ਡੋਗਰਿਆਂ ਨੂੰ, ਜਾਂ ਕੁਝ ਲੋਕਾਂ ਨੂੰ ਉਹਨਾਂ ਨੇ ਕਿਲ ਕਰ ਦਿੱਤਾ ਅੰਗਰੇਜ਼ਾਂ ਨੇ। ਉਹਨਾਂ ਨੇ ਆਪਣੀ ਪਾਲਿਸੀ ਤੇ ਪੂਰੇ, ਉਹਨਾਂ ਦੇ ਕਈ ਰਾਜੇ ਬਦਲੇ, ਉਹਨਾਂ ਦੀ ਕਈ ਰਾਣੀਆਂ ਬਦਲੀਆਂ, ਲੇਕਿਨ ਉਹਨਾਂ ਦੀ ਆਈਡੀਓਲੋਜੀ ਨਹੀਂ ਬਦਲੀ। ਸਾਡੀ ਆਈਡੀਓਲੋਜੀ ਸਥਿਰ ਨਹੀਂ ਰਹੀ ਹੈ, ਸਾਡੇ ਕੋਲ ਅੱਜ ਵੀ ਹੈ, ਪ੍ਰਗਟ ਕਰਨ ਦੀ ਲੋੜ ਨਹੀਂ ਹੈ, ਲੇਕਿਨ ਅਸੀਂ ਉਹਨੂੰ ਸਰਕੂਲੇਟ ਨਹੀਂ ਕਰ ਰਹੇ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਾਡੀ ਫਿਲਾਸਫੀ ਬਾਰੇ ਕੁਝ ਨਹੀਂ ਪਤਾ, ਉਹਨੂੰ ਦੱਸਣ ਦੀ ਲੋੜ ਹੈ। ਜਗ੍ਹਾ ਜਗ੍ਹਾ ਵਰਕਸ਼ਾਪਾਂ ਦੀ ਲੋੜ ਹੈ ਜਿੱਥੇ ਸਾਡੀ ਫਿਲਾਸਫੀ ਦੱਸੀ ਜਾਏ। ਅੱਜ ਅਸੀਂ ਗੱਲ ਕਰਦੇ ਹਾਂ ਕਿ ਪਾਣੀ 'ਚ ਨਮਕ ਪੈ ਗਿਆ ਜੀ, ਪਾਣੀ ਜਿਹੜਾ ਖਾਰਾ ਹੋ ਗਿਆ, ਸਿੱਖਾਂ ਦੇ ਅੰਦਰ ਕਰਪਸ਼ਨ ਆ ਗਿਆ, ਪ੍ਰਬੰਧ ਖਰਾਬ ਹੋ ਗਿਆ। ਅੱਜ ਨਹੀਂ, ਗੁਰੂ ਸਾਹਿਬ ਜੀ ਦੇ ਵੇਲੇ ਤੋਂ ਚੱਲ ਰਿਹਾ। ਨਮਕ ਸੀ, ਨਮਕ ਹੈ ਔਰ ਨਮਕ ਰਹੇਗਾ। ਸਾਡਾ ਪਾਣੀ ਦਾ ਸਤਰ ਘਟ ਗਿਆ, ਸਾਡੀ ਦੀ ਜੀਵਨ ਸੱਤਾ ਜਿਹੜੀ ਉਹ ਘਟ ਗਈ। ਹੁਣ ਸਾਨੂੰ ਪਾਣੀ ਦੇ ਉੱਤੇ ਉਪਾਅ ਢੂੰਢਣ ਦੀ ਲੋੜ। ਜੇ ਅਸੀਂ ਟਾਈਮ ਖਰਾਬ ਕਰਾਂਗੇ, ਪਾਣੀ ਦੇ ਅੰਦਰ ਨਮਕ ਨਹੀਂ ਘਟਣਾ, ਉਹਨਾਂ ਨੇ ਆਪਣੀ ਨਮਕ ਵਧਾਈ ਜਾਣਾ ਹੈ। ਕਦੀ ਅਸੀਂ ਏਜੰਸੀ ਨੂੰ ਕਹਿ ਦਿੰਦੇ ਹਾਂ, ਕਦੀ ਅਸੀਂ ਅੰਗਰੇਜ਼ਾਂ ਨੂੰ ਗੱਲ ਕਰ ਰਹੇ ਹਾਂ ਅੱਜ ਫਿਲਾਸਫੀ ਦੀ, ਕਦੀ ਕਿਸੇ ਸਰਕਾਰਾਂ ਨੂੰ ਕਹਿ ਦਿਆਂਗੇ। ਸਾਡੀ ਸੋਚ, ਜਿੰਨੀ ਐਨਰਜੀ ਸਾਡੀ ਉਸ ਨਮਕ ਦੇ ਉੱਤੇ ਲੱਗ ਰਹੀ ਹੈ, ਅਸੀਂ ਆਪਣੇ ਪਾਣੀ ਦੇ ਤੱਤ ਨੂੰ ਵਧਾ ਦਈਏ। ਅਗਰ ਇੱਕ ਗਲਾਸ ਵਿੱਚ ਚੁਟਕੀ ਨਮਕ ਪਿਆ ਤੇ ਅਸੀਂ ਕਹਿੰਦਾ ਗਿਲਾਸ ਬਈ ਪਾਣੀ ਜਿਹੜਾ ਹੈ ਨਾ ਖਾਰਾ ਹੋ ਗਿਆ, ਪੀਤਾ ਨਹੀਂ ਜਾ ਰਿਹਾ। ਤੇ ਜੇ ਅਸੀਂ ਉਸ ਨੂੰ ਇੱਕ ਬਾਲਟੀ 25 ਲੀਟਰ ਦੀ ਬਾਲਟੀ ਦੇ ਪਾਣੀ ਦੇ ਅੰਦਰ ਉਹ ਗਲਾਸ ਪਾ ਦਈਏ, ਨਮਕ ਨਹੀਂ ਮਹਿਸੂਸ ਹੋਏਗਾ। ਹੁਣ ਨਮਕ ਦੇ ਤੱਤ ਦੇ ਉੱਤੇ ਉਪਾਅ ਲੱਭਣ ਤੋਂ ਜ਼ਿਆਦਾ ਜ਼ਰੂਰੀ ਹੈ ਇਹ ਕੋਈ ਕਿ ਸਾਡਾ ਪਾਣੀ ਦਾ ਤੱਤ ਵੀ ਜਿਹੜਾ ਘਟ ਰਿਹਾ ਉਹਨੂੰ ਅਸੀਂ ਵਧਾਉਣਾ। ਇੱਕ ਸੋਚ ਹੈ ਵੋਟ ਪੋਲੀਟਿਕਸ ਦੀ। ਮੈਂ ਸਮਝਦਾ ਵੋਟ ਪੋਲੀਟਿਕਸ ਵੀ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਜਿਹੜਾ ਮਸਲਾ ਹੈ ਉਹ ਐਸੇ ਚੀਜ਼ ਤੋਂ, ਫਿਲਾਸਫੀ ਤੋਂ ਹੱਲ ਹੋਏਗਾ। ਦੂਜੀ ਗੱਲ, ਇਹ 2 ਪੁਆਇੰਟ ਰਹਿ ਗਏ, ਇੱਕ ਤਖਤ ਦਾ ਰਹਿ ਗਿਆ, ਇੱਕ ਸਾਡੀ ਫਰੀਡਮ ਦਾ ਗੱਲ ਰਹਿ ਗਈ, ਸੋਵਰਨਿਟੀ ਦੀ ਗੱਲ ਰਹਿ ਗਈ। ਤਖਤ ਸਾਹਿਬ ਦੀ ਗੱਲ ਮੈਂ ਅੱਜ ਸਵੇਰੇ ਵੀ ਗੱਲ ਕੀਤੀ ਗਾਜ਼ੀ ਸਾਹਿਬ ਨਾਲ ਕਿ ਸਾਡੇ ਤਖਤ ਜਿਸ ਵੇਲੇ ਗੁਰੂ ਸਾਹਿਬ ਜੀ ਨੇ ਬਣਾਏ ਤਖਤ ਦੇ ਪਿੱਛੇ ਪਰੰਪਰਾ ਕੀ ਸੀ, ਇਹਨੂੰ ਵਿਚਾਰਨ ਦੀ ਲੋੜ ਹੈ। ਮੁਗਲ ਬਾਦਸ਼ਾਹ ਦੇ 4 ਤਖਤ ਹੁੰਦੇ ਸੀ ਜਿਹੜੇ ਸਥਿਰ ਹੁੰਦੇ ਸੀ, ਔਰ 5ਵਾਂ ਤਖਤ ਬਾਦਸ਼ਾਹ ਆਪ ਹੁੰਦਾ ਸੀ ਕਿ ਬਈ ਅਗਰ ਜੇ ਸਾਡੇ 4 ਤਖਤਾਂ ਦੇ ਉੱਤੇ ਦੁਸ਼ਮਣ ਅਟੈਕ ਕਰਕੇ ਉਹਨੂੰ ਕਬਜ਼ਾ ਕਰ ਲੇ ਤਾਂ ਵੀ ਇੱਕ ਚੱਕਰਵਰਤੀ ਰਾਜਾ ਆਪਣੀ ਤਖਤ ਨੂੰ ਜਿੱਥੇ ਮਰਜ਼ੀ ਖੜੇ ਹੋ ਕੇ ਫਰਮਾਨ ਲਗਾ ਸਕਦਾ ਹੈ। ਸਿੱਖਾਂ ਦੀ ਅਰਦਾਸਾਂ ਵਿੱਚ ਵੀ 5ਵਾਂ ਤਖਤ ਚੱਲਦਾ ਵਹੀਰ ਹੁੰਦਾ ਸੀ, ਲੇਕਿਨ ਅਸੀਂ 5ਵਾਂ ਤਖਤ ਜਿਹੜਾ ਸੀ ਉਹਨੂੰ ਅਸੀਂ ਫਿਰ ਇੱਕ ਫਿਜ਼ੀਕਲ ਬਾਡੀ ਬਣਾ ਦਿੱਤਾ। ਖਾਲਸੇ ਪੰਥ ਨੂੰ ਜਿਹੜਾ 5ਵਾਂ ਤਖਤ ਦੀ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਜਿਹੜੇ ਸਾਡੀ ਬਾਡੀਜ਼ ਦੇ ਉੱਤੇ ਅਗਰ ਸਾਡਾ ਆਕਰਮਣ ਹੋ ਜਾਂਦਾ ਹੈ ਔਰ ਸਾਡੇ ਤਖਤ ਕਬਜ਼ੇ ਹੋ ਜਾਂਦੇ, ਜਿਹੜੇ ਅੱਜ ਹੋਏ ਪ੍ਰਬੰਧਕ ਕਮੇਟੀਆਂ ਦੇ ਥਰੂ ਜਾਂ ਗੌਰਮੈਂਟ ਦੀ ਏਜੰਸੀਆਂ ਦੇ ਥਰੂ, ਜਿਹਨੂੰ ਮਰਜ਼ੀ ਤੁਸੀਂ ਇਲਜ਼ਾਮ ਦੇ ਦਿਓ, ਸਾਡੇ ਤਖਤ ਤੇ ਫ੍ਰੀ ਹੈਂਡ ਵਰਕਿੰਗ ਨਹੀਂ ਹੁੰਦੀ। ਸਾਡੇ ਜਥੇਦਾਰ ਜਿਹੜੇ ਨੇ ਉਹ ਕਿਸੇ ਦੇ ਇੰਸਟਰਕਸ਼ਨ ਦੇ ਉੱਤੇ ਅਪੁਆਇੰਟ ਹੁੰਦੇ, ਉਹਨਾਂ ਦੇ ਗੁਣਾਂ ਤੇ ਅਪੁਆਇੰਟ ਨਹੀਂ ਹੁੰਦੇ। ਤੇ ਸਾਡਾ ਜਿਹੜਾ 5ਵਾਂ ਤਖਤ ਸੀ ਉਹ ਵੀ ਅਸੀਂ ਖੋ ਦਿੱਤਾ। ਜੇ 5ਵਾਂ ਤਖਤ ਖਾਲਸਾ ਆਪ ਹੋਏ, ਚੱਲਦਾ ਵਹੀਰ ਹੋਏ, ਤੇ ਉਹ ਕਿਸੇ ਵੀ ਪਾਸੇ ਬੈਠ ਕੇ 4 ਤਖਤਾਂ ਦੇ ਉੱਤੇ ਜਿਹੜਾ ਹੋ ਰਿਹਾ ਕਹਾਣ ਸਿੱਖਾਂ ਦਾ, ਉਹਦੇ ਉੱਤੇ ਉਹ ਫਰਮਾਨ ਲਗਾ ਸਕਦਾ ਹੈ। ਉਸ 5ਵੇਂ ਤਖਤ ਨੂੰ ਜੀਵਤ ਕਰਨ ਦੀ ਲੋੜ ਹੈ। ਜਦ ਤੱਕ ਸਾਡਾ 5ਵਾਂ ਤਖਤ ਸਿੱਖ ਜਿੰਦਾ ਨਹੀਂ ਹੋਏਗਾ, ਸਿੱਖਾਂ ਦਾ ਚੱਲਦਾ ਵਹੀਰ ਅਕਾਲੀ ਫੌਜਾਂ ਨਹੀਂ ਆਉਣਗੀਆਂ, ਤਦ ਤੱਕ ਬਾਕੀ ਤਖਤ ਦੇ ਉੱਤੇ ਵੀ ਸਾਨੂੰ ਅਸੀਂ ਸੋਚ ਸਕਦੇ ਹਾਂ ਫਿਲਾਸਫੀ ਦੇ ਥਰੂ, ਪ੍ਰਬੰਧ ਦੇ ਥਰੂ, ਲੇਕਿਨ ਉਹ ਪੂਰੀ ਤਰ੍ਹਾਂ ਬਹਾਲ ਨਹੀਂ ਹੋ ਸਕਦਾ ਜਿਹੜੀ ਮੇਰੀ ਸੋਚ ਕਹਿੰਦੀ ਹੈ। ਇਹ ਪਰੰਪਰਾ ਤੋਂ ਨਿਕਲੀ ਹੋਈ ਵਿਚਾਰਧਾਰਾ ਜਿਹੜੀ ਮਨ ਪਰਸੈਪਸ਼ਨ ਆ ਰਿਹਾ। ਔਰ ਅਖੀਰਲਾ ਪੁਆਇੰਟ ਸੀ ਸਾਡਾ ਸੋਵਰਨਿਟੀ ਦਾ ਔਰ ਫਰੀਡਮ ਦਾ ਗੱਲ। ਫਰੀਡਮ ਦੀ ਗੱਲ ਹੈ, ਅੱਜ ਅਸੀਂ ਸਾਡਾ ਪਰਸਪੈਕਸ਼ਨ ਬਣ ਗਿਆ ਕਿ ਸਿੱਖ ਰਾਜ ਸਾਡਾ ਜਿਹੜਾ ਸੀ
ਦर्रा ਖੈਬਰ ਪਸ਼ਤੋ ਤੋਂ ਲੈ ਕੇ ਜਮਨਾ ਤੱਕ ਦਾ, ਗੰਗਾ ਤੱਕ ਦਾ ਇਲਾਕਾ ਸਾਡਾ ਸਿੱਖਾਂ ਦਾ। ਡੇਰਾ ਗਾਜ਼ੀ ਖਾਨ ਤੋਂ ਲੈ ਕੇ ਔਰ ਉੱਪਰ ਬਲੋਚਿਸਤਾਨ ਤੱਕ, ਤਿੱਬਤ ਤੱਕ ਸਾਡੀ ਸਰਹੱਦਾਂ ਸੀ। 5 ਲੱਖ ਸਕੁਆਇਰ ਕਿਲੋਮੀਟਰ ਦਾ ਸਿੱਖ ਰਾਜ ਅੱਜ 50,000 ਸਕੁਆਇਰ ਕਿਲੋਮੀਟਰ ਦਾ ਪੰਜਾਬ ਬਣ ਕੇ ਰਹਿ ਗਿਆ। ਇਸ ਗੱਲ ਦੇ ਉੱਤੇ ਸੋਚਣਾ ਪਏਗਾ। ਬਹੁਤ ਅੱਛੀ ਗੱਲ ਹੈ, ਸੋਚਣਾ ਵੀ ਚਾਹੀਦਾ ਹੈ। ਸਾਨੂੰ ਸੋਵਰਨਟੀ ਬਾਰੇ ਵਿਚਾਰ ਵੀ ਕਰਨੀ ਚਾਹੀਦੀ ਹੈ। ਸਿੱਖ ਆਪਣੇ ਬਾਰੇ ਨਹੀਂ ਸੋਚੇਗਾ ਤਾਂ ਦੂਜਾ ਥੋੜੀ ਸੋਚੇਗਾ। ਲੇਕਿਨ ਕੀ ਸਾਨੂੰ ਗੁਰੂ ਸਾਹਿਬ ਜੀ ਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਦਾ ਜਿਹੜਾ ਦਿੱਤਾ ਹੈ ਅਮਲ, ਉਸ ਅਮਲ ਵਿੱਚ ਸਾਰੀ ਸ੍ਰਿਸ਼ਟੀ ਵਿੱਚ ਸਾਡਾ ਰਾਜ ਨਹੀਂ ਹੋਣਾ ਚਾਹੀਦਾ ਔਰ ਪੰਜਾਬ ਸਾਡਾ ਕੈਪੀਟਲ ਨਹੀਂ ਹੋਣਾ ਚਾਹੀਦਾ ਉਸ ਰਾਜ ਦਾ। ਅਸੀਂ ਇਸ ਪੱਖ ਵਿੱਚ ਸੋਚੀਏ। ਅੱਜ ਸਿੱਖ ਬਹੁਤ ਜੀਓ ਪੋਲੀਟਿਕਸ ਵਿੱਚ ਡੈਮੋਗ੍ਰਾਫੀ ਇੰਨੀ ਵੱਧ ਗਈ ਹੈ। ਸਿੱਖ ਅੱਜ ਦੁਨੀਆ 'ਚ ਬੈਠਾ। ਕੀ ਸਾਨੂੰ ਕੰਸਨਟਰੇਟ ਹੋ ਕੇ ਸਿਰਫ ਇੱਕ ਲੈਂਡ ਦੇ ਖਿੱਤੇ ਦੇ ਉੱਤੇ ਸੋਚੀਏ? ਉਹ ਖਿੱਤਾ ਸਾਡਾ ਹੈ, ਉਹ ਸਾਡਾ ਅਲੱਗ ਨਹੀਂ ਹੋ ਸਕਦਾ। ਅਸੀਂ ਉਸ ਦੀ ਵਿਚਾਰਧਾਰਾ ਤੋਂ ਅਲੱਗ ਨਹੀਂ ਹੋ ਸਕਦੇ। ਲੇਕਿਨ ਰਾਜਧਾਨੀ ਕੀ ਹੁੰਦੀ ਹੈ? ਰਾਜਧਾਨੀ ਉਹ ਹੁੰਦੀ ਹੈ ਜਿੱਥੋਂ ਸਾਰਾ ਦੇਸ਼ ਮੁਲਕ ਨੂੰ ਕੰਟਰੋਲ ਕੀਤਾ ਜਾਂਦਾ ਹੈ, ਉਹਦੀ ਡਿਸੀਜਨਸ ਹੁੰਦੇ ਹੈ। ਕਿ ਪੰਜਾਬ ਨੂੰ ਐਜ਼ ਅ ਕੈਪੀਟਲ ਪੂਰੇ ਸਟੇਟ ਨੂੰ ਮੰਨ ਕੇ 5 ਲੱਖ ਕਿਲੋਮੀਟਰ ਨੂੰ ਮੰਨ ਕੇ ਔਰ ਪੂਰਾ ਦੇਸ਼ ਸਾਡਾ ਹੋਏ, ਜਿੱਥੇ ਸਾਡੇ ਸਿੱਖਾਂ ਦੇ ਅੰਬੈਸਡਰ ਹੋਣ, ਸਾਡਾ ਸਿੱਖਾਂ ਦੀ ਫਿਲਾਸਫੀ ਚੱਲਦੀ ਹੋਏ, ਜਿਸ ਤਰ੍ਹਾਂ ਅੰਗਰੇਜ਼ ਦੀ ਫਿਲਾਸਫੀ ਅੱਜ ਤੱਕ ਅਸੀਂ ਅਪਣਾਈ ਬੈਠੇ ਹਾਂ। ਸਿੱਖਾਂ ਦੀ ਫਿਲਾਸਫੀ ਹੋਵੇ, ਸਿੱਖਾਂ ਦਾ ਰਾਜ ਉਹ ਨਾ ਹੋਏ ਕਿ ਜਿਹੜਾ ਜ਼ਮੀਨ ਦੇ ਦਾਇਰਿਆਂ ਵਿੱਚ ਰਹਿ ਕੇ ਛੋਟਾ ਜਿਹਾ ਇੱਕ ਸਟੇਟ ਬਣ ਕੇ ਰਹਿ ਜਾਏ। ਬਸ ਇੰਨੀ ਗੱਲਾਂ ਨਾਲ ਆਪਣੇ ਸ਼ਬਦਾਂ ਦਾ ਕਲੋਜ਼ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।